आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਬਾਰੇ ਵਿੱਚ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਅਮਰ ਆਜ਼ਾਦੀ ਘੁਲਾਟੀਏ ਮੰਗਲ ਪਾਂਡੇ, ਦਲੇਰ ਅਤੇ ਨਿਡਰ ਮੀਜ਼ੋ ਆਜ਼ਾਦੀ ਸੰਗਰਾਮੀ ਰੋਪੂ ਇਲਿਆਨੀ ਅਤੇ ਮਹਾਨ ਕ੍ਰਾਂਤੀਦੂਤ ਅਤੇ ਸਾਹਿਤਕਾਰ ਬੰਕਿਮ ਚੰਦਰ ਚੈਟਰਜੀ ਬਾਰੇ ਜਾਣਕਾਰੀ ਦੇ ਰਹੇ ਹਾਂ। 8 ਅਪ੍ਰੈਲ ਭਾਰਤੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਲਹੂ ਨਾਲ ਰੰਗਿਆ ਇੱਕ ਅਮਿੱਟ ਦਿਹਾੜਾ ਹੈ। 1857 ਚ ਅੱਜ ਦੇ ਦਿਨ ਅਮਰ ਆਜ਼ਾਦੀ ਘੁਲਾਟੀਏ ਮੰਗਲ ਪਾਂਡੇ ਨੂੰ ਬੈਰਕਪੁਰ ਚ ਫਾਂਸੀ ਦਿੱਤੀ ਗਈ ਸੀ। ਮੰਗਲ ਪਾਂਡੇ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਨਾਲ ਸੰਬੰਧਿਤ ਸੀ ਅਤੇ ਬੈਰਕਪੁਰ ਚ 34ਵੀਂ ਬੰਗਾਲ ਇਨਫੈਂਟਰੀ ਚ ਸਿਪਾਹੀ ਸੀ। 1857 ਚ ਬਰਤਾਨਵੀ ਫੌਜ ਨੇ ਆਪਣੇ ਸਿਪਾਹੀਆਂ ਨੂੰ ਇੱਕ ਨਵੀਂ ਐਨਫੀਲਡ ਰਾਈਫਲ ਦਿੱਤੀ, ਜਿਸ ਨੂੰ ਲੋਡ ਕਰਨ ਲਈ ਗਰੀਸ ਕੀਤੇ ਗਏ ਕਾਰਤੂਸ ਦੇ ਸਿਰੇ ਨੂੰ ਦੰਦ ਨਾਲ ਛਿਲਣਾ ਪੈਂਦਾ ਸੀ। ਇਹ ਅਫਵਾਹ ਫੈਲ ਗਈ ਕਿ ਕਾਰਤੂਸ ਦੀ ਚਿਕਨਾਹਟ ਵਿੱਚ ਗਾਂ ਜਾਂ ਸੂਰ ਦੀ ਚਰਬੀ ਦੀ ਵਰਤੋਂ ਕੀਤੀ ਗਈ ਹੈ। ਸਿਪਾਹੀਆਂ ਨੂੰ ਭਰੋਸਾ ਹੋ ਗਿਆ ਕਿ ਅੰਗਰੇਜ਼ਾਂ ਨੇ ਜਾਣਬੁੱਝ ਕੇ ਕਾਰਤੂਸ ਤੇ ਚਰਬੀ ਦੀ ਵਰਤੋਂ ਕੀਤੀ ਹੈ। 29 ਮਾਰਚ 1857 ਨੂੰ ਪਾਂਡੇ ਨੇ ਆਪਣੇ ਸਾਥੀ ਸਿਪਾਹੀਆਂ ਨੂੰ ਬਰਤਾਨਵੀ ਅਫਸਰਾਂ ਖਿਲਾਫ ਬਗਾਵਤ ਕਰਨ ਲਈ ਕਿਹਾ। ਮੰਗਲ ਪਾਂਡੇ ਨੇ 2 ਅਫਸਰਾਂ ਤੇ ਹਮਲਾ ਕੀਤਾ ਤੇ ਮਗਰੋਂ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬਰਤਾਨਵੀ ਫੌਜਾਂ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਤੇ ਫੌਰੀ ਸੁਣਵਾਈ ਹੋਈ ਅਤੇ ਮੰਗਲ ਪਾਂਡੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਕੋਰਟ ਮਾਰਸ਼ਲ ਤੋਂ ਬਾਅਦ ਮੰਗਲ ਪਾਂਡੇ ਨੂੰ 8 ਅਪ੍ਰੈਲ 1857 ਚ ਬੈਰਕਪੁਰ ਵਿਖੇ ਫਾਂਸੀ ਦੇ ਦਿੱਤੀ ਗਈ। ਇਸ ਘਟਨਾ ਤੋਂ 1 ਮਹੀਨੇ ਬਾਅਦ 10 ਮਈ 1857 ਚ ਮੇਰਠ ਵਿੱਚ ਸਿਪਾਹੀਆਂ ਨੇ ਬਗਾਵਤ ਕਰ ਦਿੱਤੀ, ਜਿਸ ਨਾਲ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਦਾ ਜਨਮ ਹੋਇਆ। ਦੇਸ਼ ਦੇ ਇਸ ਮਹਾਨ ਸਪੂਤ ਨੂੰ ਸ਼ਤ-ਸ਼ਤ ਨਮਨ। ਅੱਜ ਅਸੀਂ ਦਲੇਰ ਅਤੇ ਨਿਡਰ ਮਿਜ਼ੋ ਆਜ਼ਾਦੀ ਘੁਲਾਟੀਏ ਰੋਏ ਪੁਲਿਆਨੀ ਨੂੰ ਵੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਮਹਾਨ ਮਿਜ਼ੋ ਚੀਫ ਲਾਲ ਸਵੁੰਗਾ ਦੀ ਧੀ ਰੋਏ ਪੁਲਿਆਨੀ ਦਾ ਜਨਮ 1828 ਵਿੱਚ ਹੋਇਆ ਸੀ। ਉਹਨਾਂ ਦਾ ਵਿਆਹ ਦੱਖਣੀ ਲੁਸ਼ਈ ਪਹਾੜੀਆਂ ਦੇ ਸਰਦਾਰ ਵਡੂਲਾ ਨਾਲ ਹੋਇਆ ਸੀ। 1890 ਦੇ ਸ਼ੁਰੂਆਤ ਵਿੱਚ ਬਰਤਾਨਵੀ ਫੌਜ ਨੇ ਕੁਝ ਮਿਜ਼ੋ ਖੇਤਰਾਂ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਮਿਜ਼ੋ ਦੇ ਮੁਖੀਆਂ ਨੇ ਬਰਤਾਨਵੀ ਫੌਜ ਦੀ ਸਰਦਾਰੀ ਨੂੰ ਸਵੀਕਾਰ ਨਹੀਂ ਕੀਤਾ। ਰੋਏ ਪੁਲਿਆਨੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੁਖੀ ਦਾ ਅਧਿਕਾਰ ਸੰਭਾਲ ਲਿਆ ਅਤੇ ਆਪੇ ਪਿੰਡ ਰਾਲ ਵਾਵੰਗ ਤੋਂ ਰਾਜ ਸ਼ੁਰੂ ਕਰ ਦਿੱਤਾ। ਉਹਨਾਂ ਨੇ ਬਰਤਾਨਵੀ ਅਧਿਕਾਰੀਆਂ ਨੂੰ ਚੁਣੌਤੀ ਦਿੱਤੀ ਅਤੇ ਅੰਗਰੇਜ਼ਾਂ ਦੇ ਹੁਕਮਾਂ ਨੂੰ ਠੁਕਰਾਉਣ ਲਈ ਉਤਸ਼ਾਹਿਤ ਕੀਤਾ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਸਾਰਿਆਂ ਨੇ ਅੰਗਰੇਜ਼ਾਂ ਅੱਗੇ ਗੋਡੇ ਟੇਕ ਦਿੱਤੇ ਨੇ, ਪਰ ਮੈਂ ਲਾਲ ਸਵੁੰਗਾ ਦੀ ਧੀ ਇੱਥੇ ਡਟੀ ਹੋਈ ਹਾਂ। ਅਸੀਂ ਕਦੇ ਵੀ ਵਿਦੇਸ਼ੀ ਸ਼ਾਸਕਾਂ ਅੱਗੇ ਆਤਮ ਸਮਰਪਣ ਨਹੀਂ ਕਰਾਂਗੇ। ਰੋਏ ਪੁਲਿਆਨੀ ਅੰਗਰੇਜ਼ਾਂ ਦੇ ਵਿਰੋਧ ਦਾ ਸ਼ਕਤੀ ਪੁੰਜ ਅਤੇ ਮਿਜ਼ੋ ਲੋਕਾਂ ਨੂੰ ਇਕਜੁੱਟ ਕਰਨ ਦਾ ਪ੍ਰਤੀਕ ਬਣ ਗਈ। ਉਹਨਾਂ ਦੇ ਵਿਰੋਧ ਤੋਂ ਨਿਰਾਸ਼ ਹੋ ਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਕਈ ਮੁਹਿੰਮਾਂ ਚਲਾਈਆਂ। ਅਜਿਹੀ ਇੱਕ ਮੁਹਿੰਮ ਦੌਰਾਨ ਲੈਫਟੀਨੈਂਟ ਸੂਅਰਡ 2 ਹੋਰ ਬਰਤਾਨਵੀ ਫੌਜੀਆਂ ਨਾਲ ਮਾਰਿਆ ਗਿਆ ਸੀ। ਰੋਏ ਪੁਲਿਆਨੀ ਅਤੇ ਉਸਦੇ ਪੁੱਤਰ ਲਾਲ ਥੁਆਮਾ ਤੇ ਹੋਰਨਾਂ ਮੁਖੀਆਂ ਨੂੰ ਭੜਕਾਉਣ ਅਤੇ ਉਕਸਾਉਣ ਦਾ ਦੋਸ਼ ਲਗਾਇਆ ਗਿਆ ਸੀ। ਬਾਅਦ ਵਿੱਚ ਬਰਤਾਨਵੀ ਸਿਪਾਹੀ ਰੋਏ ਪੁਲਿਆਨੀ ਨੂੰ ਗ੍ਰਿਫਤਾਰ ਕਰਨ 'ਚ ਸਫਲ ਹੋ ਗਏ। ਗ੍ਰਿਫਤਾਰੀ ਤੋਂ ਬਾਅਦ ਵੀ ਅੰਗਰੇਜ਼ਾਂ ਨੂੰ ਡਰ ਸੀ ਕਿ ਰੋਏ ਪੁਲਿਆਨੀ ਨੂੰ ਕੈਦੀ ਦੇ ਤੌਰ ਤੇ ਦੇਖਣ ਨਾਲ ਸਥਾਨਕ ਲੋਕਾਂ 'ਚ ਤਣਾਅ ਅਤੇ ਰੋਸ ਵਧੇਗਾ। 8 ਅਪ੍ਰੈਲ 1894 ਨੂੰ ਚਟਗਾਉਂ ਜੇਲ੍ਹ 'ਚ ਉਹਨਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਅਤੇ ਤਕਰੀਬਨ 2 ਸਾਲ ਤੱਕ ਉੱਥੇ ਕੈਦ ਰੱਖਿਆ ਗਿਆ, ਜਿਸ ਦੌਰਾਨ ਰੋਏ ਪੁਲਿਆਨੀ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਆਜ਼ਾਦੀ ਦੀ ਲੜਾਈ ਦੀ ਪ੍ਰੇਰਨਾਦਾਇਕ ਵਿਰਾਸਤ ਨੂੰ ਉਹ ਪਿੱਛੇ ਛੱਡ ਸਾਰਿਆਂ ਨੂੰ ਅਲਵਿਦਾ ਕਹਿ ਗਏ। ਦੇਸ਼ ਦੀ ਮਿੱਟੀ ਦੀ ਇਸ ਮਹਾਨ ਧੀ ਨੂੰ ਸਾਡਾ ਦਿਲੋਂ ਸਲਾਮ। ਅੱਜ ਅਸੀਂ ਮਹਾਨ ਕ੍ਰਾਂਤੀ ਦੂਤ ਤੇ ਸਾਹਿਤਕਾਰ ਬੰਕਿਮ ਚੰਦਰ ਚੱਟੋਪਧਿਆਏ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੂੰ ਬੰਕਿਮ ਚੰਦਰ ਚੈਟਰਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 8 ਅਪ੍ਰੈਲ 1894 ਨੂੰ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੂੰ ਭਾਰਤ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਲੇਖਕ ਦੇ ਤੌਰ ਤੇ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਬੰਕਿਮ ਚੰਦਰ ਦਾ ਜਨਮ 27 ਜੂਨ 1838 ਨੂੰ ਬੰਗਾਲ ਦੇ 24 ਪਰਗਨਾ ਜ਼ਿਲ੍ਹੇ 'ਚ ਹੋਇਆ ਸੀ। ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹਨਾਂ ਨੂੰ ਬੰਗਾਲ ਦਾ ਡਿਪਟੀ ਕਲੈਕਟਰ ਬਣਾਇਆ ਗਿਆ। ਬੰਕਿਮ ਚੰਦਰ ਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਕਵਿਤਾ ਲਿਖਣ ਨਾਲ ਕੀਤੀ। ਬੰਗਾਲੀ ਭਾਸ਼ਾ 'ਚ ਉਹਨਾਂ ਦਾ ਪਹਿਲਾ ਨਾਵਲ ਦੂਰਗੇਸ਼ ਨੰਦਨੀ 1865 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਹਨਾਂ ਦਾ ਸਭ ਤੋਂ ਪ੍ਰਸਿੱਧ ਨਾਵਲ ਆਨੰਦ ਮੱਠ ਹੈ, ਜਿਹੜਾ ਪ੍ਰਸਿੱਧ ਸੰਨਿਆਸੀ ਵਿਦਰੋਹ ਤੇ ਆਧਾਰਿਤ ਹੈ। ਆਨੰਦ ਮੱਠ ਉਪਨਿਆਸ ਵਿੱਚ ਹੀ ਵੰਦੇ ਮਾਤਰਮ ਗੀਤ ਸੰਕਲਿਤ ਕੀਤਾ ਗਿਆ, ਜਿਸ ਨੂੰ ਬਾਅਦ ਵਿੱਚ ਸਾਡੇ ਰਾਸ਼ਟਰ ਗੀਤ ਦਾ ਦਰਜਾ ਮਿਲਿਆ।
ਬੰਕਿਮ ਚੰਦਰ ਆਪਣੀਆਂ ਸਾਹਿਤਕ ਰਚਨਾਵਾਂ ਤੇ ਮੁਹਿੰਮਾਂ ਰਾਹੀਂ ਬੰਗਾਲੀ ਭਾਸ਼ੀ ਲੋਕਾਂ ਦੀ ਬੁੱਧੀ ਨੂੰ ਜਾਗਰੂਕ ਕਰਕੇ ਬੰਗਾਲ ਵਿੱਚ ਸੱਭਿਆਚਾਰਕ ਪੁਨਰ ਜਾਗਰਣ ਲਿਆਉਣਾ ਚਾਹੁੰਦੇ ਸਨ। ਉਹਨਾਂ ਦੇ ਨਾਵਲਾਂ ਦਾ ਦੇਸ਼ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਭਾਸ਼ਾਵਾਂ 'ਚ ਅਨੁਵਾਦ ਕੀਤਾ ਗਿਆ ਸੀ। ਬੰਕਿਮ ਚੰਦਰ ਦੀ ਮੌਤ 8 ਅਪ੍ਰੈਲ 1894 ਨੂੰ ਹੋਈ। ਅਸੀਂ ਇਸ ਮਹਾਨ ਰਾਸ਼ਟਰਵਾਦੀ ਸਾਹਿਤਕਾਰ ਨੂੰ ਸ਼ਤ-ਸ਼ਤ ਨਮਨ ਕਰਦੇ ਹਾਂ।